Hello dear students, I am Avtar Singh and today we will continue our physics chapter human eye and its colorful world. ਸੋ ਆਪਾਂ ਆਪਣੇ ਪਿਛਲੇ ਵੀਡੀਓ ਲੈਕਚਰ ਦੇ ਵਿੱਚ ਹਿਊਮਨ ਆਈ ਦਾ ਸਟਰਕਚਰ ਬਾਰੇ ਗੱਲ ਕਰ ਲਈ ਸੀਗੀ। ਆਪਾਂ ਨੂੰ ਪਤਾ ਲੱਗ ਗਿਆ ਸੀ ਜਿਹੜਾ ਆਹ ਵਾਲਾ ਪਾਰਟ ਹੈ ਸਭ ਤੋਂ ਫਸਟ ਜਿੱਥੋਂ ਲਾਈਟ ਐਂਟਰ ਕਰਦੀ ਹੈ ਇਹ ਕੀ ਬੋਲਿਆ ਸੀ ਆਪਾਂ ਕੋਰਨੀਆ। ਉਸ ਤੋਂ ਬਾਅਦ ਵਾਲਾ ਪਾਰਟ ਇਸ ਨੂੰ ਆਪਾਂ ਬੋਲਿਆ ਸੀਗਾ ਐਕਿਊਸ ਹਿਊਮਰ ਐਂਡ ਜਿਹੜੇ ਆਹ ਵਾਲੀਆਂ ਚੀਜ਼ਾਂ ਸੀ ਇਹਨਾਂ ਨੂੰ ਬੋਲਿਆ ਸੀ ਆਪਾਂ ਆਇਰਿਸ। ਇਹਨਾਂ ਦਾ ਕੀ ਕੰਮ ਸੀ, ਪਿਊਪਲ ਦੇ ਸਾਈਜ਼ ਨੂੰ ਇਹ ਕੀ ਕਰਦੀਆਂ ਸੀ, ਕੰਟਰੋਲ ਕਰਦੀਆਂ ਸੀ। ਐਂਡ ਉਸ ਤੋਂ ਬਾਅਦ ਇਹ ਵਾਲੇ ਪਾਰਟ ਨੂੰ ਕਿਹਾ ਸੀ ਆਪਾਂ ਆਈ ਲੈਂਸ ਐਂਡ ਜਿਹੜਾ ਆਹ ਵਾਲਾ ਜ਼ਿਆਦਾ ਪਾਰਟ ਆ ਇਸ ਨੂੰ ਬੋਲਿਆ ਸੀ ਵਿਟਰਸ ਹਿਊਮਰ ਐਂਡ ਜਿੱਥੇ ਇਮੇਜ ਦੀ ਫਾਰਮੇਸ਼ਨ ਹੁੰਦੀ ਸੀ ਇਸ ਪਾਰਟ ਨੂੰ ਬੋਲਿਆ ਸੀ ਆਪਾਂ ਰੈਟੀਨਾ, ਫੋਟੋਗ੍ਰਾਫਿਕ ਪਲੇਟ ਕਿਹਾ ਸੀ ਜਿਸ ਨੂੰ, ਠੀਕ ਹੈ। ਐਂਡ ਜਿਹੜਾ ਆਹ ਵਾਲਾ ਪਾਰਟ ਸੀਗਾ ਇਹ ਹੈਗਾ ਆਪਟਿਕ ਨਰਵਸ ਜਿਹੜੀਆਂ ਬ੍ਰੇਨ ਤੱਕ ਮੈਸੇਜ ਲੈ ਕੇ ਜਾਂਦੀਆਂ, ਠੀਕ ਹੈ। ਹਾਂਜੀ, ਤਾਂ ਅੱਜ ਦਾ ਆਪਣਾ ਟੌਪਿਕ ਹੈ ਫਾਰਮੇਸ਼ਨ ਆਫ ਐਨ ਇਮੇਜ ਜਾਂ ਆਪਾਂ ਕਹਿ ਸਕਦੇ ਹਾਂ ਵਰਕਿੰਗ ਆਫ ਹਿਊਮਨ ਆਈ। ਸੋ ਫਸਟਲੀ ਆਪਾਂ ਇੱਕ ਗੱਲ ਕੀਤੀ ਸੀਗੀ ਵੀ ਜਿਹੜੀ ਹਿਊਮਨ ਆਈ ਹੈ ਉਹ ਰੀਅਲ, ਡਿਮਨਿਸ਼ਡ ਐਂਡ ਇਨਵਰਟਡ ਇਮੇਜ ਬਣਾਉਂਦੀ ਆ। ਹੁਣ ਦੇਖੋ ਜੀ, ਸਭ ਤੋਂ ਪਹਿਲਾਂ ਆਹ ਆਪਾਂ ਨੂੰ ਆਬਜੈਕਟ ਨਜ਼ਰ ਆ ਰਿਹਾ, ਸਿੱਧਾ ਟਰੀ ਖੜਾ ਹੈ ਨਾ। ਸੋ ਇਸ ਦੀ ਜਿਹੜੀ ਇਮੇਜ ਬਣ ਰਹੀ ਹੈ, ਪਹਿਲਾਂ ਤਾਂ ਆਪਾਂ ਇਮੇਜ ਦੇਖੀਏ। ਦੇਖੋ ਜੀ, ਇਨਵਰਟਡ ਇਮੇਜ ਬਣ ਰਹੀ ਹੈ, ਪੁੱਠੀ ਇਮੇਜ ਬਣ ਰਹੀ ਹੈ ਨਾ। ਐਂਡ ਡਿਮਨਿਸ਼ਡ ਮੀਨਸ ਸਮਾਲ ਸਾਈਜ਼ ਦੀ ਬਣ ਰਹੀ ਹੈ, ਜਿੰਨਾ ਆਬਜੈਕਟ ਆ ਉਸ ਤੋਂ ਤਾਂ ਸਮਾਲ ਸਾਈਜ਼ ਦੀ ਬਣ ਰਹੀ ਹੈ। ਐਂਡ ਥਰਡ ਚੀਜ਼ ਆਪਾਂ ਕਿਹੜੀ ਕਹੀ ਸੀ, ਰੀਅਲ। ਰੀਅਲ ਇਮੇਜ ਕਿਹੜੀ ਹੁੰਦੀ ਹੈ ਇਹ ਆਪਾਂ ਵੈਸੇ ਲਾਈਟ ਚੈਪਟਰ ਵਿੱਚ ਕਰਾਂਗੇ, ਤਾਂ ਜਿੱਥੇ ਰੇਜ਼ ਆਫ ਲਾਈਟ ਐਕਚੁਅਲੀ ਮੀਟ ਕਰਨ। ਐਂਡ ਵਰਚੁਅਲ ਇਮੇਜ ਹੁੰਦੀ ਹੈ ਜਿੱਥੇ ਆਪਾਂ ਉਹਨਾਂ ਨੂੰ ਮੀਟ ਕਰਵਾਈਏ ਜਾਂ ਅਪੀਅਰ ਟੂ ਮੀਟ ਹੋਣ। ਜਿੱਥੇ ਰੇਜ਼ ਆਫ ਲਾਈਟ ਐਕਚੁਅਲ ਦੇ ਵਿੱਚ ਮੀਟ ਹੋਣ ਉਸ ਇਮੇਜ ਨੂੰ ਕੀ ਕਿਹਾ ਜਾਂਦਾ, ਰੀਅਲ ਇਮੇਜ, ਠੀਕ ਹੈ। ਆਪਾਂ ਆਪਣੇ ਪਿਛਲੇ ਵੀਡੀਓ ਲੈਕਚਰ ਵਿੱਚ ਇੱਕ ਵਰਡ ਪੜ੍ਹਿਆ ਸੀਗਾ ਰਿਫਰੈਕਸ਼ਨ। ਸੋ ਪਹਿਲਾਂ ਆਪਾਂ ਰਿਫਰੈਕਸ਼ਨ ਬਾਰੇ ਜਾਣ ਲਈਏ ਕੀ ਚੀਜ਼ ਆ, ਬਿਕੋਜ਼ ਇਮੇਜ ਦੀ ਫਾਰਮੇਸ਼ਨ ਵਿੱਚ ਰਿਫਰੈਕਸ਼ਨਸ ਦਾ ਕਾਫੀ ਇੰਪੋਰਟੈਂਟ ਰੋਲ ਹੈ, ਠੀਕ ਹੈ। ਤਾਂ ਬੇਸਿਕਲੀ ਰਿਫਰੈਕਸ਼ਨ ਦੀ ਜੇਕਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਐਕਚੁਅਲ ਦੇ ਵਿੱਚ ਇਸ ਦੀ ਡੈਫੀਨੇਸ਼ਨ ਆ ਬੈਂਡਿੰਗ ਆਫ ਲਾਈਟ, ਠੀਕ ਹੈ। ਵੈਨ ਲਾਈਟ ਐਂਟਰਸ ਫਰੋਮ ਵਨ ਮੀਡੀਅਮ ਟੂ ਅਨਦਰ, ਵੀ ਜਿਹੜੀ ਆਪਣੀ ਕੋਲੇ ਲਾਈਟ ਹੈ, ਰੇ ਆਫ ਲਾਈਟ ਹੈ, ਇਸ ਦੇ ਪਾਥ ਦੇ ਵਿੱਚ ਥੋੜ੍ਹੀ ਜਿਹੀ ਚੇਂਜ ਆਉਂਦੀ ਹੈ, ਥੋੜ੍ਹਾ ਜਿਹੀ ਬੈਂਡਿੰਗ ਹੁੰਦੀ ਹੈ ਜਦੋਂ ਇਹ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਜਾਂਦੀ ਹੈ। ਐਂਡ ਰਿਫਲੈਕਸ਼ਨ ਬਾਰੇ ਤਾਂ ਆਪਾਂ ਆਪਣੀਆਂ ਲੋਅਰ ਕਲਾਸਿਸ ਵਿੱਚ ਪੜ੍ਹਿਆ ਹੀ ਹੋਇਆ ਵੀ ਇਸ ਤਰੀਕੇ ਜਦੋਂ ਰੇ ਆਫ ਲਾਈਟ ਆਉਂਦੀ ਹੈ ਐਂਡ ਉਹ ਇਸ ਤਰੀਕੇ ਕੀ ਹੋ ਜਾਂਦੀ ਹੈ, ਰਿਫਲੈਕਟ। ਇਸ ਨੂੰ ਆਪਾਂ ਬੋਲਦੇ ਹਾਂ ਇੰਸੀਡੈਂਟ ਰੇ ਆਫ ਲਾਈਟ ਐਂਡ ਇਸ ਨੂੰ ਰਿਫਲੈਕਟਡ। ਐਂਡ ਜੇਕਰ ਆਪਾਂ ਗੱਲ ਕਰੀਏ ਰਿਫਰੈਕਸ਼ਨ ਦੀ, ਤਾਂ ਰਿਫਰੈਕਸ਼ਨ ਦੇ ਵਿੱਚ ਆਪਾਂ ਪਹਿਲਾਂ ਇੱਦਾਂ ਕਰਦੇ ਹਾਂ, ਉੱਪਰ ਵਾਲੇ ਮੀਡੀਅਮ ਨੂੰ ਮੰਨ ਲੈਂਦੇ ਹਾਂ ਏਅਰ ਮੀਡੀਅਮ ਐਂਡ ਨੀਚੇ ਵਾਲੇ ਨੂੰ ਕਹਿ ਦਿੰਦੇ ਹਾਂ ਵਾਟਰ ਮੀਡੀਅਮ। ਬਿਕੋਜ਼ ਆਪਾਂ ਡੈਫੀਨੇਸ਼ਨ ਦੇ ਵਿੱਚ ਪੜ੍ਹਿਆ ਸੀ ਨਾ ਵੀ ਲਾਈਟ ਬੈਂਡ ਹੁੰਦੀ ਹੈ ਜਦੋਂ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਐਂਟਰ ਹੁੰਦੀ ਹੈ। ਹੁਣ ਜਿਹੜਾ ਆਪਣਾ ਏਅਰ ਮੀਡੀਅਮ ਆ ਇਹ ਹੈਗਾ ਆਪਣਾ ਰੇਅਰ ਮੀਡੀਅਮ ਐਂਡ ਜਿਹੜਾ ਵਾਟਰ ਮੀਡੀਅਮ ਆ ਇਹ ਹੈਗਾ ਡੈਂਸਰ। ਡੈਂਸਰ ਮੀਨਸ ਵੀ ਜਿਸ ਦੇ ਪਾਰਟੀਕਲਸ ਇੱਕ ਦੂਜੇ ਤੋਂ ਜ਼ਿਆਦਾ ਨੇੜੇ ਹੋਣ। ਐਂਡ ਜਿਹੜਾ ਏਅਰ ਮੀਡੀਅਮ ਆ, ਹੁਣ ਏਅਰ ਦੇ ਦੇਖੋ, ਏਅਰ ਦੇ ਪਾਰਟੀਕਲਸ ਤਾਂ ਦੂਰ ਦੂਰ ਹੁੰਦੇ ਆ ਐਜ਼ ਕੰਪੇਅਰ ਟੂ ਵਾਟਰ, ਠੀਕ ਹੈ। ਸੋ ਜਦੋਂ ਆਪਣੇ ਕੋਲ ਰੇ ਆਫ ਲਾਈਟ ਆਏਗੀ ਇੱਥੋਂ ਇਸ ਤਰੀਕੇ, ਤਾਂ ਇਸ ਦੇ ਪਾਥ ਦੇ ਵਿੱਚ ਥੋੜ੍ਹੀ ਜਿਹੀ ਚੇਂਜ ਆ ਜਾਏਗੀ, ਠੀਕ ਹੈ, ਥੋੜ੍ਹੀ ਜਿਹੀ ਬੈਂਡਿੰਗ ਹੋ ਜਾਏਗੀ ਜਦੋਂ ਇਹ ਡੈਂਸਰ ਮੀਡੀਅਮ ਦੇ ਵਿੱਚ ਐਂਟਰ ਕਰੇਗੀ। ਕਲੀਅਰ, ਸਮਝ ਆ ਗਈ ਨਾ ਵੀ ਬੈਂਡਿੰਗ ਆਫ ਲਾਈਟ ਵੈਨ ਲਾਈਟ ਐਂਟਰਸ ਫਰੋਮ ਵਨ ਮੀਡੀਅਮ ਟੂ ਅਨਦਰ। ਜਦੋਂ ਆਪਣੇ ਕੋਲ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਲਾਈਟ ਐਂਟਰ ਕਰਦੀ ਹੈ ਤਾਂ ਉਸ ਦੇ ਪਾਥ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਉਂਦੀ ਹੈ, ਥੋੜ੍ਹੀ ਜਿਹੀ ਬੈਂਡਿੰਗ ਹੁੰਦੀ ਹੈ। ਐਂਡ ਇਹੀ ਕੰਮ ਆਪਣੀ ਹਿਊਮਨ ਆਈ ਦੇ ਵਿੱਚ ਵੀ ਹੋ ਰਿਹਾ ਹੁੰਦਾ। ਜਿਵੇਂ ਆਪਾਂ ਜਿਹੜਾ ਆਪਣੇ ਕੋਲ ਬਾਹਰ ਵਾਲਾ ਮੀਡੀਅਮ ਆ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਏਅਰ ਮੀਡੀਅਮ ਐਂਡ ਜਿਹੜਾ ਆਪਣਾ ਅੰਦਰਲਾ ਮੀਡੀਅਮ ਆ ਜਾਂਦਾ ਉਹ ਕੀ ਹੋ ਜਾਂਦਾ ਫਿਰ ਡੈਂਸਰ ਮੀਡੀਅਮ। ਸੋ ਫਸਟਲੀ ਜਦੋਂ ਰੇਜ਼ ਆਫ ਲਾਈਟ ਇੱਥੋਂ ਜਾਂਦੀਆਂ ਏਅਰ ਮੀਡੀਅਮ ਤੋਂ, ਤਾਂ ਫਸਟਲੀ ਲਾਈਟ ਦੇ ਵਿੱਚ ਜਦੋਂ ਆਪਣੀ ਅੱਖ ਦੇ ਵਿੱਚ ਐਂਟਰ ਕਰਦੀਆਂ ਤਾਂ ਪਹਿਲਾਂ ਆਪਣੇ ਕੋਲੇ ਪਾਰਟ ਕਿਹੜਾ ਆ ਜਾਂਦਾ, ਕੋਰਨੀਆ, ਠੀਕ ਹੈ। ਹਾਂਜੀ, ਤਾਂ ਕੋਰਨੀਆ ਤੋਂ ਰਿਫਰੈਕਸ਼ਨਸ ਸ਼ੁਰੂ ਹੋ ਜਾਂਦੀਆਂ। ਕੋਰਨੀਆ ਤੋਂ ਬਾਅਦ ਰਿਫਰੈਕਸ਼ਨ ਕਿੱਥੇ ਹੁੰਦੀ ਹੈ, ਆਪਣੇ ਐਕਿਊਸ ਹਿਊਮਰ ਦੇ ਵਿੱਚ। ਐਕਿਊਸ ਹਿਊਮਰ ਤੋਂ ਬਾਅਦ ਆਈ ਲੈਂਸ ਦੇ ਵਿੱਚ ਐਂਡ ਉਸ ਤੋਂ ਬਾਅਦ ਵਿਟਰਸ ਹਿਊਮਰ ਦੇ ਵਿੱਚ, ਠੀਕ ਹੈ। ਐਂਡ ਇੱਦਾਂ ਦੀਆਂ ਰਿਫਰੈਕਸ਼ਨਸ ਹੁੰਦੀਆਂ ਰੈਟੀਨਾ ਦੇ ਉੱਪਰ ਇਮੇਜ ਦੀ ਫਾਰਮੇਸ਼ਨ ਕਰ ਦਿੰਦੀਆਂ, ਠੀਕ ਹੈ। ਸੋ ਹੁਣ ਆਪਾਂ ਇੱਕ ਵਾਰ ਰੀਡ ਵੀ ਕਰ ਲੈਂਦੇ ਹਾਂ। ਹਾਂਜੀ, ਐਨ ਇਮੇਜ ਇਜ਼ ਫਾਰਮਡ ਔਨ ਦਾ ਰੈਟੀਨਾ ਬਾਈ ਸੁਕਸੈਸਿਵ ਰਿਫਰੈਕਸ਼ਨਸ ਐਟ ਦਾ ਕੋਰਨੀਆ। ਪਹਿਲਾਂ ਆਪਾਂ ਗੱਲ ਕੀਤੀ ਹੈ ਕੋਰਨੀਆ 'ਤੇ ਹੋਈ ਹੈ, ਉਸ ਤੋਂ ਬਾਅਦ ਦਾ ਐਕਿਊਸ ਹਿਊਮਰ, ਦਾ ਲੈਂਸ ਐਂਡ ਵਿਟਰਸ ਹਿਊਮਰ। ਇਹ ਆਪਾਂ ਨੂੰ ਹੁਣ ਚੰਗੇ ਤਰੀਕੇ ਕਲੀਅਰ ਹੋ ਗਿਆ ਹੋਣਾ। A real diminished and inverted image is of the object is formed on the retina। ਹਾਂਜੀ, ਰੀਅਲ ਇਮੇਜ ਵੀ ਪਤਾ ਲੱਗ ਗਿਆ ਆਪਾਂ ਨੂੰ, ਡਿਮਿਨਿਸ਼ਡ ਵੀ ਪਤਾ ਲੱਗ ਗਿਆ ਐਂਡ ਇਨਵਰਟਡ ਵੀ। ਐਂਡ ਜਿਵੇਂ ਕਿ ਆਪਾਂ ਆਪਣੇ ਪਿਛਲੇ ਵੀਡੀਓ ਲੈਕਚਰ ਵਿੱਚ ਵੀ ਪੜ੍ਹਿਆ ਸੀਗਾ ਵੀ ਜਿਹੜਾ ਰੈਟੀਨਾ ਹੁੰਦਾ ਇਸ ਦੇ ਵਿੱਚ ਕੀ ਹੁੰਦਾ, ਨਿਊਮਰਸ ਲਾਈਟ ਸੈਂਸਿਟਿਵ ਸੈਲਸ ਹੁੰਦੇ ਆ, ਜਿਵੇਂ ਰੋਡ ਸੈਲਸ ਹੋ ਗਏ, ਕੋਨ ਸੈਲਸ ਹੋ ਗਏ, ਹੈ ਨਾ। ਇਹ ਸੈਲਸ ਕੀ ਕਰਦੇ ਆ,
ਇਲੈਕਟ੍ਰੀਕਲ ਸਿਗਨਲਸ ਨੂੰ ਜਨਰੇਟ ਕਰਦੇ ਆ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ ਉਸ ਦੇ ਬਾਰੇ ਇਲੈਕਟ੍ਰੀਕਲ ਸਿਗਨਲਸ ਜਨਰੇਟ ਕਰਦੇ ਆ ਐਂਡ ਫਰਦਰ ਆਪਟਿਕ ਨਰਵਸ ਦੁਆਰਾ ਉਹ ਕਿੱਥੇ ਚਲਾ ਜਾਂਦਾ ਬ੍ਰੇਨ ਦੇ ਵਿੱਚ ਐਂਡ ਬ੍ਰੇਨ ਉਸ ਨੂੰ ਕੀ ਕਰਦਾ ਇੰਟਰਪ੍ਰੈਟ। ਸੋ ਫਿਰ ਫਰਦਰ ਆਪਾਂ ਉਸ ਚੀਜ਼ ਬਾਰੇ ਸੋਚ ਪਾਉਣੇ ਆ। ਹਾਂਜੀ ਤਾਂ ਆਪਾਂ ਇਸ ਨੂੰ ਵੀ ਪੜ੍ਹ ਲਈਏ। The retina is a delicate membrane having numerous number of light sensitive cells. These light sensitive cells get activated upon illumination and generate electrical signals. ਇਹ ਆਪਾਂ ਹੁਣੇ ਕਰਕੇ ਹਟੇ ਹਾਂ ਵੀ electrical signals generate ਕਰਦੇ ਆ। These signals are sent into the brain via optic nerves. ਇਹ ਆਪਾਂ ਪਿਛਲੀ ਲੈਕਚਰ ਵਿੱਚ ਵੀ ਕੀਤਾ ਸੀਗਾ। The brain interprets these signals and finally the process of information so that we perceive. ਸੋ ਆਪਾਂ ਨੂੰ ਇਸ ਤਰੀਕੇ ਜਾਣਕਾਰੀ ਹਾਸਲ ਹੁੰਦੀ ਹੈ। ਠੀਕ ਹੈ। ਸੋ ਹੋਪਫੁਲੀ ਆਪਾਂ ਨੂੰ ਵਰਕਿੰਗ ਆਫ ਹਿਊਮਨ ਆਈ ਤਾਂ ਬਿਲਕੁਲ ਕਲੀਅਰ ਹੋ ਗਿਆ ਹੋਣਾ ਵੀ ਕੀ ਚੀਜ਼ ਹੈ। ਬਸ ਸਿੰਪਲ ਚੀਜ਼ ਹੀ ਹੈ ਵੀ ਰੈਟੀਨਾ ਦੇ ਉੱਪਰ ਇਮੇਜ ਦੀ ਫਾਰਮੇਸ਼ਨ ਕਰਨ ਲਈ ਕੋਰਨੀਆ, ਐਕਿਊਸ ਹਿਊਮਰ, ਲੈਂਸ ਐਂਡ ਵਿਟਰਸ ਹਿਊਮਰ ਦੁਆਰਾ ਰਿਫਰੈਕਸ਼ਨਸ ਕਰਵਾਈਆਂ ਜਾਂਦੀਆਂ ਐਂਡ ਫਿਰ ਰੀਅਲ ਇਨਵਰਟਡ ਤੇ ਡਿਮਿਨਿਸ਼ਡ ਇਮੇਜ ਬਣਦੀ ਹੈ ਰੈਟੀਨਾ ਦੇ ਉੱਪਰ। ਫਿਰ ਰੈਟੀਨਾ ਦੇ ਵਿੱਚ ਕੀ ਹੁੰਦੇ ਆ ਆਪਣੇ ਕੋਲੇ ਲਾਈਟ ਸੈਂਸਿਟਿਵ ਸੈਲਸ ਹੁੰਦੇ ਆ। ਉਹ ਕੀ ਕਰਦੇ ਆ ਇੱਕ ਇਲੈਕਟ੍ਰੀਕਲ ਸਿਗਨਲਸ ਜਨਰੇਟ ਕਰਦੇ ਆ। ਉਸ ਇਲੈਕਟ੍ਰੀਕਲ ਸਿਗਨਲਸ ਨੂੰ ਆਪਟਿਕ ਨਰਵਸ ਦੁਆਰਾ ਬ੍ਰੇਨ ਤੱਕ ਪਹੁੰਚਾ ਦਿੱਤਾ ਜਾਂਦਾ ਐਂਡ ਫਿਰ ਆਪਾਂ ਉਸ ਚੀਜ਼ ਬਾਰੇ ਸੋਚ ਪਾਉਣੇ ਆ ਵੀ ਕੀ ਚੀਜ਼ ਆਪਾਂ ਦੇਖੀਏ। ਠੀਕ ਹੈ। ਐਂਡ ਜਿਵੇਂ ਆਪਾਂ ਦੋ ਸੈਲਸ ਪੜ੍ਹੇ ਸੀਗੇ ਰੋਡ ਸੈਲਸ ਐਂਡ ਕੋਨ ਸੈਲਸ ਹੈ ਨਾ। ਤਾਂ ਜਿਹੜੇ ਰੋਡ ਸੈਲਸ ਆ ਇਹ ਰੋਡ ਸ਼ੇਪਡ ਹੁੰਦੇ ਆ ਐਂਡ ਇਹਨਾਂ ਦਾ ਮੇਨ ਕੰਮ ਕੀ ਹੁੰਦਾ ਰਿਸਪੌਂਡ ਕਰਨਾ ਬਰਾਈਟਨੈਸ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਇੰਟੈਂਸਿਟੀ ਆਫ ਲਾਈਟ ਨੂੰ। ਠੀਕ ਹੈ। ਜਿਵੇਂ ਆਪਾਂ ਹਨੇਰੇ ਕਮਰੇ ਦੇ ਵਿੱਚ ਜਾਂਦੇ ਹਾਂ ਜਾਂ ਆਪਾਂ ਬਹੁਤ ਜ਼ਿਆਦਾ ਬਰਾਈਟਨੈਸ ਵਾਲੇ ਕਮਰੇ ਦੇ ਵਿੱਚ ਜਾਂਦੇ ਹਾਂ ਉਦੋਂ ਇਹ ਸੈਲਸ ਆਪਣੇ ਰਿਸਪੌਂਡ ਕਰਦੇ ਆ। ਐਂਡ ਜਿਹੜੇ ਕੋਨ ਸੈਲ ਸੀ ਉਹ ਹੁੰਦੇ ਆ ਆਪਣੇ ਕੋਨ ਸ਼ੇਪਡ ਹੁੰਦੇ ਆ ਐਂਡ ਇਹਨਾਂ ਦਾ ਮੇਨ ਕੰਮ ਕੀ ਆਪਾਂ ਪੜ੍ਹਿਆ ਸੀਗਾ ਵੀ ਕਲਰ ਆਫ ਲਾਈਟ ਨੂੰ ਰਿਸਪੌਂਸ ਕਰਦੇ ਆ ਵੀ ਕਿਸ ਕਲਰ ਦੀ ਲਾਈਟ ਆਪਣੇ ਕੋਲੇ ਆ ਰਹੀ ਹੈ। ਠੀਕ ਹੈ। ਐਂਡ ਆਪਣਾ ਨੈਕਸਟ ਟੌਪਿਕ ਹੈ ਅਕੋਮੋਡੇਸ਼ਨ। ਹਾਂਜੀ ਤਾਂ ਅਕੋਮੋਡੇਸ਼ਨ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਯਾਦ ਕਰ ਲਈਏ ਜੋ ਆਪਾਂ ਪਿਛਲੇ ਵੀਡੀਓ ਲੈਕਚਰ ਵਿੱਚ ਕੀਤੀ ਸੀ ਵੀ ਆਪਣਾ ਆਈ ਲੈਂਸ ਕਦੇ ਤਾਂ ਇਸ ਤਰੀਕੇ ਥਿਨ ਹੋ ਜਾਂਦਾ ਹੈ ਨਾ ਐਂਡ ਕਦੇ ਥਿਕ ਹੋ ਜਾਂਦਾ। ਜਿਹੜਾ ਥਿਨ ਹੁੰਦਾ ਥਿਨ ਕਦੋਂ ਹੁੰਦਾ ਜਦੋਂ ਆਪਾਂ ਦੂਰ ਦੀਆਂ ਚੀਜ਼ਾਂ ਦੇਖ ਰਹੇ ਹੁੰਦੇ ਹਾਂ ਫਾਰ ਆਬਜੈਕਟਸ ਐਂਡ ਥਿਕ ਕਦੋਂ ਹੁੰਦਾ ਜਦੋਂ ਆਪਾਂ ਨੀਅਰ ਬਾਏ ਆਬਜੈਕਟਸ ਦੇਖ ਰਹੇ ਹੁੰਦੇ ਹਾਂ। ਸੋ ਇਹ ਹੁੰਦਾ ਕਿਸ ਵਜ੍ਹਾ ਨਾਲ ਆ ਜਿਹੜੇ ਆਪਣੇ ਸਿਲਰੀ ਮਸਲਸ ਆ ਜਦੋਂ ਉਹ ਰਿਲੈਕਸ ਹੋ ਜਾਂਦੇ ਆ ਦੈਨ ਉਦੋਂ ਇਹ ਥਿਨ ਹੋ ਜਾਂਦਾ ਐਂਡ ਜਦੋਂ ਸਿਲਰੀ ਮਸਲਸ ਕੰਟਰੈਕਟ ਹੁੰਦੇ ਆ ਉਦੋਂ ਇਹ ਥਿਕ ਹੋ ਜਾਂਦਾ। ਬੇਸਿਕਲੀ ਇਹਦੇ ਥਿਨ ਐਂਡ ਥਿਕ ਹੋਣ ਨਾਲ ਕੀ ਹੋ ਰਿਹਾ ਹੁੰਦਾ ਵੀ ਜਦੋਂ ਇਹ ਥਿਨ ਹੋ ਜਾਂਦਾ ਮੀਨਸ ਟੂ ਸੇ ਆਪਾਂ ਦੂਰ ਦੀਆਂ ਚੀਜ਼ਾਂ ਦੇਖ ਰਹੇ ਹਾਂ ਤਾਂ ਉਦੋਂ ਫੋਕਲ ਲੈਂਥ ਕੀ ਹੋ ਜਾਂਦੀ ਹੈ ਇਨਕਰੀਜ਼। ਹਜੇ ਆਪਾਂ ਫੋਕਲ ਲੈਂਥ ਬਾਰੇ ਵੀ ਪੜ੍ਹਨਾ ਹੈ ਵੀ ਕੀ ਚੀਜ਼ ਹੈ। ਠੀਕ ਹੈ। ਐਂਡ ਜਦੋਂ ਆਪਾਂ ਨੇੜੇ ਦੀਆਂ ਚੀਜ਼ਾਂ ਦੇਖ ਰਹੇ ਹੁੰਦੇ ਹਾਂ ਤਾਂ ਇਹਦੀ ਫੋਕਲ ਲੈਂਥ ਕੀ ਹੋ ਜਾਂਦੀ ਹੈ ਡਿਕਰੀਜ਼। ਸੋ ਆਪਾਂ ਦੋਨੋਂ ਕੇਸਿਸ ਦੇ ਵਿੱਚ ਆਪਣੀ ਇਮੇਜ ਦੀ ਫਾਰਮੇਸ਼ਨ ਰੈਟੀਨਾ ਦੇ ਉੱਪਰ ਹੀ ਹੁੰਦੀ ਹੈ। ਕਦੇ ਇਹ ਤਾਂ ਨਹੀਂ ਹੈ ਨਾ ਵੀ ਜਦੋਂ ਆਪਾਂ ਨੇੜੇ ਦੀ ਚੀਜ਼ ਦੇਖ ਰਹੇ ਹਾਂ ਉਦੋਂ ਆਪਣੀ ਇਮੇਜ ਦੀ ਫਾਰਮੇਸ਼ਨ ਹੋਰ ਕਿਤੇ ਹੋਵੇ ਐਂਡ ਜਦੋਂ ਆਪਾਂ ਦੂਰ ਦੀ ਚੀਜ਼ ਦੇਖ ਰਹੇ ਹਾਂ ਉਦੋਂ ਆਪਣੀ ਇਮੇਜ ਦੀ ਫਾਰਮੇਸ਼ਨ ਹੋਰ ਕਿਤੇ ਹੋਵੇ। ਦੋਨੋਂ ਕੇਸਿਸ ਦੇ ਵਿੱਚ ਇਮੇਜ ਦੀ ਫਾਰਮੇਸ਼ਨ ਤਾਂ ਰੈਟੀਨਾ 'ਤੇ ਹੁੰਦੀ ਹੈ। ਸੋ ਇਸ ਦਾ ਮੇਨ ਕਾਰਨ ਕੀ ਹੈ ਅਕੋਮੋਡੇਸ਼ਨ। ਸੋ ਆਪਾਂ ਪੜ੍ਹਦੇ ਹਾਂ ਦ ਐਬਿਲਿਟੀ ਆਫ ਆਈ ਲੈਂਸ to adjust its focal length by the action of ciliary muscles to get a clear and sharp image of distance object as well as nearby object। ਇਸ ਪ੍ਰੋਪਰਟੀ ਨੂੰ ਕੀ ਬੋਲਿਆ ਜਾਂਦਾ ਅਕੋਮੋਡੇਸ਼ਨ। ਸੋ ਹੁਣ ਆਪਾਂ ਨੂੰ ਕਲੀਅਰ ਹੋ ਗਿਆ ਹੋਣਾ ਵੀ ਐਬਿਲਿਟੀ ਆਫ ਆਈ ਲੈਂਸ ਟੂ ਐਡਜਸਟ ਇਟਸ ਫੋਕਲ ਲੈਂਥ ਜਦੋਂ ਇਹ ਫੋਕਲ ਲੈਂਥ ਨੂੰ ਐਡਜਸਟ ਕਰਦਾ ਐਂਡ ਫੋਕਲ ਲੈਂਥ ਨੂੰ ਐਡਜਸਟ ਕਿੱਦਾਂ ਕਰਦਾ ਜਦੋਂ ਸਿਲਰੀ ਮਸਲਸ ਰਿਲੈਕਸ ਹੋ ਜਾਂਦੇ ਆ ਇਹ ਥਿਨ ਹੋ ਜਾਂਦਾ ਦੈਟ ਮੀਨਸ ਜਿਹੜੀ ਆਪਣੀ ਫੋਕਲ ਲੈਂਥ ਆ ਉਹ ਇਨਕਰੀਜ਼ ਹੋ ਜਾਂਦੀ ਹੈ ਐਂਡ ਜਦੋਂ ਇਹ ਥਿਕ ਹੋ ਜਾਂਦਾ ਉਦੋਂ ਫੋਕਲ ਲੈਂਥ ਕੀ ਹੋ ਜਾਂਦੀ ਆ ਡਿਕਰੀਜ਼। ਬਸ ਸਿੰਪਲ ਹਿਸਾਬ ਆ ਜਦੋਂ ਆਪਾਂ ਨੇੜੇ ਦੀਆਂ ਚੀਜ਼ਾਂ ਦੇਖਣੀਆਂ ਫੋਕਲ ਲੈਂਥ ਡਿਕਰੀਜ਼ ਹੋ ਜਾਏਗੀ ਜਦੋਂ ਦੂਰ ਦੀਆਂ ਚੀਜ਼ਾਂ ਦੇਖਣੀਆਂ ਫੋਕਲ ਲੈਂਥ ਇਨਕਰੀਜ਼ ਹੋ ਜਾਏਗੀ। ਠੀਕ ਹੈ। ਐਂਡ ਆਪਣਾ ਨੈਕਸਟ ਟੌਪਿਕ ਹੈ ਪਾਵਰ ਆਫ ਅਕੋਮੋਡੇਸ਼ਨ। ਹਾਂਜੀ ਤਾਂ ਪਾਵਰ ਆਫ ਅਕੋਮੋਡੇਸ਼ਨ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਛੋਟੀ ਇੱਕ ਚੀਜ਼ ਕਲੀਅਰ ਕਰ ਲਈਏ ਕਨਵਰਜਿੰਗ ਪਾਵਰ। ਹਾਂਜੀ ਤਾਂ ਜਿਵੇਂ ਆਪਾਂ ਕਿਹਾ ਸੀਗਾ ਵੀ ਆਪਣੇ ਕੋਲ ਇੱਕ ਆਈ ਲੈਂਸ ਆ ਜਿਵੇਂ ਇਸ ਤਰੀਕੇ ਦਾ ਤਾਂ ਇਸ ਦੀ ਕਨਵਰਜਿੰਗ ਪਾਵਰ ਕੀ ਹੈ ਵੀ ਇਹ ਲੈਂਸ ਕਿੰਨਾ ਕਿਸੇ ਰੇ ਆਫ ਲਾਈਟ ਨੂੰ ਕਨਵਰਜ ਕਰਦਾ ਜਿਵੇਂ ਇਹ ਰੇ ਆਫ ਲਾਈਟ ਆਈ ਐਂਡ ਇਸ ਤਰੀਕੇ ਹੈ ਨਾ। ਸੋ ਇਸ ਨੇ ਇਸ ਨੂੰ ਕਨਵਰਜ ਕੀਤਾ ਨਾ। ਸੋ ਇਸ ਨੂੰ ਬੋਲਦੇ ਆਪਾਂ ਬੇਸਿਕਲੀ ਕਨਵਰਜਿੰਗ ਪਾਵਰ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਫੋਕਲ ਲੈਂਥ। ਠੀਕ ਹੈ। ਹਾਂਜੀ ਫੋਕਲ ਲੈਂਥ ਬਾਰੇ ਆਪਾਂ ਵੈਸੇ ਬਾਅਦ 'ਚ ਡਿਟੇਲ 'ਚ ਵੀ ਗੱਲ ਕਰਾਂਗੇ ਵੀ ਐਕਚੁਅਲ ਦੇ ਵਿੱਚ ਕੀ ਚੀਜ਼ ਹੈ। So the power of accommodation is the maximum variation in converging power of eye lens। ਹਾਂਜੀ ਤਾਂ ਇਸ ਲਾਈਨ ਦਾ ਮਤਲਬ ਕੀ ਹੈ ਵੀ ਕਿਸੇ ਵੀ ਲੈਂਸ ਦੀ ਕਿੰਨੀ ਕੁ ਐਬਿਲਿਟੀ ਹੈ ਕਿੰਨੀ ਕੁ ਪਾਵਰ ਹੈ ਵੀ ਆਪਦੀ ਫੋਕਲ ਲੈਂਥ ਨੂੰ ਉਹ ਐਡਜਸਟ ਕਰਦਾ
ਤਾਂ ਜੋ ਆਪਾਂ ਦੂਰ ਦੀਆਂ ਚੀਜ਼ਾਂ ਵੀ ਐਂਡ ਨੇੜੇ ਦੀਆਂ ਚੀਜ਼ਾਂ ਵੀ ਕਲੀਅਰਲੀ ਦੇਖ ਸਕੀਏ। ਠੀਕ ਹੈ। ਐਂਡ ਪਾਵਰ ਨੂੰ ਡਾਇਓਪਟਰਸ ਵਿੱਚ ਮੈਜ਼ਰ ਕੀਤਾ ਜਾਂਦਾ, ਡਾਇਓਪਟਰਸ ਵਿੱਚ। ਹਾਂਜੀ, ਤਾਂ ਫॉर ਅ ਪਰਸਨ ਹੈਵਿੰਗ ਨਾਰਮਲ ਵਿਜ਼ਨ ਇਟਸ ਅਬਾਊਟ 4 ਡਾਇਓਪਟਰਸ। ਤਾਂ ਇਹ ਮੋਸਟ ਇੰਪੋਰਟੈਂਟ ਆ, ਕੁਐਸਚਨ ਵੀ ਬਣ ਜਾਂਦਾ ਵੀ ਇੱਕ ਨਾਰਮਲ ਪਰਸਨ ਹੈ, ਉਸਦਾ ਨਾਰਮਲ ਵਿਜ਼ਨ ਆ, ਤਾਂ ਉਸਦੀ ਪਾਵਰ ਆਫ ਅਕੋਮੋਡੇਸ਼ਨ ਕਿੰਨੀ ਹੋਏਗੀ? 4 ਡਾਇਓਪਟਰਸ। ਤਾਂ ਇਸ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਆਪਾਂ ਚੰਗੇ ਤਰੀਕੇ ਇਸ ਦੇ ਨੂਮੈਰੀਕਲਸ ਵੀ ਕਰਾਂਗੇ। ਠੀਕ ਹੈ। ਐਂਡ ਆਪਣਾ ਨੈਕਸਟ ਟੌਪਿਕ ਹੈ ਨੀਅਰ ਪੁਆਇੰਟ ਆਫ ਆਈ। ਹਾਂਜੀ, ਤਾਂ ਇਸ ਦਾ ਮਤਲਬ ਕੀ ਹੈ ਵੀ ਆਪਾਂ ਆਪਣੀ ਅੱਖ ਤੋਂ ਕਿੰਨੀ ਨੇੜੇ ਤੱਕ ਕਿਸੇ ਵੀ ਚੀਜ਼ ਨੂੰ ਜਾਂ ਕਿਸੇ ਬੁੱਕ ਨੂੰ ਕਲੀਅਰਲੀ ਦੇਖ ਜਾਂ ਪੜ੍ਹ ਸਕਦੇ ਹਾਂ। ਠੀਕ ਹੈ। ਤਾਂ ਇਸ ਦਾ ਆਨਸਰ ਹੈ 25 ਸੈਂਟੀਮੀਟਰ। ਤੁਹਾਡੇ 'ਚੋਂ ਬਹੁਤਿਆਂ ਨੂੰ ਇਸ ਦਾ ਆਨਸਰ ਪਤਾ ਹੋਏਗਾ ਵੀ ਆਪਣੀ ਜੇਕਰ ਆਪਾਂ ਇੱਕ ਨਾਰਮਲ ਹਿਊਮਨ ਆਈ ਦੀ ਗੱਲ ਕਰੀਏ ਤਾਂ ਆਪਾਂ 25 ਸੈਂਟੀਮੀਟਰ ਤੱਕ ਬਿਲਕੁਲ ਕਲੀਅਰਲੀ ਦੇਖ ਜਾਂ ਪੜ੍ਹ ਸਕਦੇ ਹਾਂ। ਜੇਕਰ ਆਪਾਂ ਇਸ ਤੋਂ ਹੋਰ ਜ਼ਿਆਦਾ ਨੇੜੇ ਆਪਣੀ ਅੱਖ ਵੱਲ ਕਰਦੇ ਹਾਂ ਦੈਨ ਆਪਣਾ ਹੋ ਸਕਦਾ ਸਿਰ ਦੁਖਣ ਲੱਗ ਜੇ ਜਾਂ ਹੋ ਸਕਦਾ ਆਪਾਂ ਨੂੰ ਕੋਈ ਆਈਜ਼ ਦੀ ਪ੍ਰੋਬਲਮ ਆ ਜਾਵੇ। ਨੈਕਸਟ ਆਪਣੇ ਕੋਲ ਫਾਰ ਪੁਆਇੰਟ। ਤਾਂ ਫਾਰ ਪੁਆਇੰਟ ਤਾਂ ਆਪਾਂ ਕਿੱਥੋਂ ਤੱਕ ਵੀ ਦੇਖ ਸਕਦੇ ਹਾਂ, ਸੋ ਇਹ ਰਹੇਗਾ ਇਨਫਿਨਿਟੀ। ਠੀਕ ਹੈ। ਆਪਾਂ ਕਿੰਨੀ ਦੂਰ ਤੱਕ ਚੰਦ ਸੂਰਜ ਸਾਰਾ ਕੁਝ ਦੇਖ ਸਕਦੇ ਹਾਂ, ਸੋ ਇਸ ਦਾ ਆਨਸਰ ਰਹੇਗਾ ਇਨਫਿਨਿਟੀ। ਐਂਡ ਜੇਕਰ ਆਪਾਂ ਪਰਸਿਸਟੈਂਸ ਆਫ ਵਿਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਕੀ ਮਤਲਬ ਆ ਵੀ ਜਿਵੇਂ ਆਪਾਂ ਕਿਸੇ ਆਬਜੈਕਟ ਨੂੰ ਦੇਖ ਲਿਆ, ਇਸ ਆਬਜੈਕਟ ਦਾ ਵਿਜ਼ਨ ਕਿੰਨੀ ਦੇਰ ਤੱਕ ਆਪਣੀ ਅੱਖ ਦੇ ਵਿੱਚ ਰਹਿੰਦਾ। ਸੋ ਇਸ ਦਾ ਆਨਸਰ ਹੈ 1 ਸੈਕਿੰਡ ਦਾ 16ਵਾਂ ਹਿੱਸਾ। ਸੋ 1/16th ਸੈਕਿੰਡ, 1/16th ਸੈਕਿੰਡ। ਠੀਕ ਹੈ। 1 ਸੈਕਿੰਡ ਦਾ 16ਵਾਂ ਹਿੱਸਾ। ਵੀ ਜਿਵੇਂ ਹੁਣ ਆਪਾਂ ਕਿਸੇ ਟਰੀ ਨੂੰ ਦੇਖ ਲਿਆ ਵੀ ਉਸ ਟਰੀ ਦਾ ਜਿਹੜਾ ਵਿਜ਼ਨ ਆ ਉਹ ਆਪਣੀ ਅੱਖ ਦੇ ਵਿੱਚ ਕਿੰਨਾ ਦੇ ਰਹੇਗਾ? 1 ਸੈਕਿੰਡ ਦਾ 16ਵਾਂ ਹਿੱਸਾ। ਕਲੀਅਰ। ਐਂਡ ਇੱਕ ਚੀਜ਼ ਹੋਰ ਵੀ ਜਿਹੜਾ ਆਪਣਾ ਨੀਅਰੈਸਟ ਪੁਆਇੰਟ ਹੈ, ਨੀਅਰੈਸਟ ਪੁਆਇੰਟ, ਇਸ ਦੇ ਵਿੱਚ ਚੇਂਜਸ ਆ ਜਾਣ। ਜਿਵੇਂ ਆਪਣੇ ਕੋਲ ਬਿਲਕੁਲ ਯੰਗ ਏਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵਿੱਚ ਬੱਚੇ 7-8 ਸੈਂਟੀਮੀਟਰ ਤੱਕ ਵੀ ਕਲੀਅਰਲੀ ਪੜ੍ਹ ਪਾਉਂਦੇ ਆ। ਠੀਕ ਹੈ। ਬਟ ਜਦੋਂ ਏਜ ਹੋ ਜਾਂਦੀ ਹੈ, ਜ਼ਿਆਦਾ ਏਜ ਹੋ ਜਾਂਦੀ ਹੈ, ਓਲਡ ਏਜ ਵਿੱਚ ਜਾ ਕੇ 1-2 ਮੀਟਰ ਤੱਕ ਵੀ ਕਲੀਅਰਲੀ ਨਹੀਂ ਪੜ੍ਹਿਆ ਜਾਂਦਾ। ਇੰਨੀ ਦੂਰੋਂ ਤੁਸੀਂ ਜ਼ਿਆਦਾਤਰ ਦੇਖਿਆ ਹੋਣਾ ਆਪਣੇ ਪੇਰੈਂਟਸ ਵੀ ਜ਼ਿਆਦਾ ਦੂਰ ਕਰਕੇ ਮੋਬਾਈਲ ਨੂੰ ਚੰਗੇ ਤਰੀਕੇ ਪੜ੍ਹਦੇ ਆ, ਹੈ ਨਾ, ਵੀ ਕਿਹਦੇ ਕਾਲ ਆ ਰਹੀ ਹੈ। ਸੋ ਇਸ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਨੀਅਰ ਪੁਆਇੰਟ ਆ ਉਹ ਦੂਰ ਚਲਾ ਗਿਆ। ਐਂਡ ਜੇਕਰ ਆਪਾਂ ਨਾਰਮਲ ਆਈ ਦੀ ਗੱਲ ਕਰੀਏ ਤਾਂ ਉਸ ਦਾ ਆਨਸਰ ਆਉਂਦਾ 25 ਸੈਂਟੀਮੀਟਰ। ਐਂਡ ਆਪਣਾ ਨੈਕਸਟ ਟੌਪਿਕ ਹੈ ਕਲਰ ਬਲਾਈਂਡਨੈਸ। ਹਾਂਜੀ, ਤਾਂ ਕਲਰ ਵਰਡ ਲਿਖਿਆ ਮਿਲ ਗਿਆ ਆਪਾਂ ਨੂੰ। ਸੋ ਆਪਾਂ ਨੂੰ ਪਤਾ ਵੀ ਆਪਾਂ ਨੂੰ ਕਲਰ ਕਿਸ ਕਰਕੇ ਦਿਸਦੇ ਆ? ਕੋਨ ਸੈਲਸ ਕਰਕੇ, ਹੈ ਨਾ। ਸੋ ਓਬਵੀਅਸਲੀ ਜੇਕਰ ਕਲਰ ਬਲਾਈਂਡਨੈਸ ਲਿਖਿਆ ਹੋਇਆ ਮਿਲਿਆ ਦੈਟ ਮੀਨਸ ਵੀ ਕੁਛ ਕੋਨ ਸੈਲਸ ਦੀ ਐਬਸੈਂਸ ਹੋਣੀ ਹੈ ਤਾਂ ਹੀ ਕਲਰ ਦੀ ਬਲਾਈਂਡਨੈਸ ਹੋ ਰਹੀ ਹੈ। ਸੋ ਆਪਾਂ ਇੱਕ ਵਾਰ ਰੀਡ ਕਰਦੇ ਹਾਂ। ਕੋਨਸ ਵਿਦ ਸਪੈਸੀਫਿਕ ਕਲਰਸ ਆਰ ਦੇਅਰ ਇਨ ਅ ਰੈਟੀਨਾ ਇਫ ਸਮ ਕੋਨਸ ਆਰ ਐਬਸੈਂਟ। ਹਾਂਜੀ, ਇਫ ਸਮ ਕੋਨਸ ਆਰ ਐਬਸੈਂਟ ਦ ਡਿਸਟਿੰਕਸ਼ਨ ਆਫ ਕਲਰ ਇਜ਼ ਨਾਟ ਪੋਸੀਬਲ। ਸੋ ਉਹੀ ਗੱਲ ਹੀ ਹੋ ਗਈ ਜੋ ਆਪਾਂ ਕਰਕੇ ਆਏ ਹਾਂ ਵੀ ਜੇਕਰ ਕੋਨਸ ਐਬਸੈਂਟ ਹੁੰਦੇ ਆ ਦੈਨ ਕੁਛ ਕਲਰਸ ਆਪਾਂ ਨੂੰ ਨਹੀਂ ਵਿਜ਼ੀਬਲ ਹੁੰਦੇ। In such case the person is said to be color blind. Then ਉਦੋਂ person ਨੂੰ ਕੀ ਬੋਲਿਆ ਜਾਂਦਾ? color blind. This effect arises due to absence of color responding cone cells in the retina. cone cells ਦੀ ਆਪਣੇ ਕੋਲੇ ਐਬਸੈਂਸ ਕਰਕੇ ਹੋ ਸਕਦਾ ਹੈ। ਐਂਡ ਜਾਂ ਕਦੋਂ ਹੋ ਸਕਦਾ? ਜੈਨੇਟਿਕ ਪ੍ਰੋਬਲਮ ਹੋ ਸਕਦੀ ਹੈ। ਐਂਡ ਇਸ ਦਾ ਹਜੇ ਤੱਕ ਕੋਈ ਵੀ ਟ੍ਰੀਟਮੈਂਟ ਨਹੀਂ ਪੋਸੀਬਲ ਹੋਇਆ। No cure is developed till now by the science. ਐਂਡ ਆਪਣਾ ਨੈਕਸਟ ਟੌਪਿਕ ਹੈ ਨਾਈਟ ਬਲਾਈਂਡਨੈਸ। ਹਾਂਜੀ, ਤਾਂ ਜਿਵੇਂ ਕੁਝ ਪਰਸਨਸ ਹੁੰਦੇ ਆ ਜਿਨ੍ਹਾਂ ਨੂੰ ਈਵਨਿੰਗ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਡਿਮ ਲਾਈਟ ਦੇ ਵਿੱਚ ਜਾਂ ਜਦੋਂ ਰਾਤ ਹੋ ਜਾਂਦੀ ਆ ਉਦੋਂ ਘੱਟ ਦਿਸਣ ਲੱਗ ਜਾਂਦਾ। ਮੀਨਸ ਟੂ ਸੇ ਵੀ ਜਿੰਨਾ ਉਹਨਾਂ ਨੂੰ ਦਿਨੇ ਕਲੀਅਰ ਦਿਸ ਰਿਹਾ ਹੁੰਦਾ ਈਵਨਿੰਗ ਦੇ ਵਿੱਚ ਉਹਨਾਂ ਨੂੰ ਜਾਂ ਡਿਮ ਲਾਈਟ ਦੇ ਵਿੱਚ ਉਹਨਾਂ ਜ਼ਿਆਦਾ ਕਲੀਅਰ ਨਹੀਂ ਦਿਸਦਾ। ਸੋ ਹੁਣ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਵੀ ਬਰਾਈਟਨੈਸ ਲਈ ਜਾਂ ਲਾਈਟ ਦੀ ਇੰਟੈਂਸਿਟੀ ਲਈ ਕੌਣ ਜ਼ਿੰਮੇਵਾਰ ਹੁੰਦੇ ਆ? ਰੋਡ ਸੈਲਸ। ਠੀਕ ਹੈ। ਸੋ ਆਪਾਂ ਇੱਕ ਵਾਰ ਰੀਡ ਕਰਦੇ ਹਾਂ। ਸਮ ਪਰਸਨਸ ਹੈਵ difficulty to see the objects in dim light during the night, ਹੈ ਨਾ। ਉਹੀ ਗੱਲ, this defect of the eye is called night blindness. ਐਂਡ ਇਹ ਹੁੰਦਾ ਕਿਸ ਦੀ ਵਜ੍ਹਾ ਕਰਕੇ ਆ? ਜਦੋਂ ਆਪਣੀ ਫੂਡ ਦੇ ਵਿੱਚ ਵਿਟਾਮਿਨ ਏ ਦੀ ਘਾਟ ਹੋ ਜੇ। ਸੋ ਆਪਾਂ ਨੂੰ ਪ੍ਰੋਪਰ ਅਮਾਊਂਟ ਦੇ ਵਿੱਚ ਵਿਟਾਮਿਨ ਏ ਲੈਣਾ ਚਾਹੀਦਾ। ਐਂਡ ਜੇ ਆਪਾਂ ਇਸ ਦਾ ਦੂਸਰਾ ਕਾਰਨ ਗੱਲ ਕਰੀਏ ਇੰਪਰੋਪਰ ਫੰਕਸ਼ਨਿੰਗ ਆਫ ਰੋਡ ਸ਼ੇਪਡ ਸੈਲਸ। ਸੋ ਇਹ ਤਾਂ ਆਪਾਂ ਕਰਕੇ ਆਏ ਹਾਂ ਵੀ ਜਿਹੜੀ ਬਰਾਈਟਨੈਸ ਹੈ ਉਹ ਰੋਡ ਸ਼ੇਪਡ ਸੈਲਸ ਕਰਕੇ ਹੁੰਦੀ ਹੈ। ਵੀ ਜੋ ਡਿਮ ਲਾਈਟ ਦੇ ਵਿੱਚ ਆਪਾਂ ਨੂੰ ਘੱਟ ਦਿਸਦਾ ਦੈਟ ਮੀਨਸ ਆਪਣੇ ਰੋਡ ਸੈਲਸ ਆ ਜਿਹੜੇ ਉਹ ਪ੍ਰੋਪਰ ਫੰਕਸ਼ਨ ਨਹੀਂ ਕਰ ਰਹੇ। ਠੀਕ ਹੈ। ਸੋ ਦ ਰੋਡ ਸ਼ੇਪਡ ਸੈਲਸ ਰਿਸਪੌਂਡ ਟੂ ਦ ਇੰਟੈਂਸਿਟੀ ਆਫ ਲਾਈਟ। ਸੋ ਬਾਈ ਟੇਕਿੰਗ ਦ ਪ੍ਰੋਪਰ ਅਮਾਊਂਟ ਆਫ ਵਿਟਾਮਿਨ ਏ in our diet the functioning of rod shaped cells can be improved. ਸੋ ਜੇਕਰ ਆਪਾਂ ਪ੍ਰੋਪਰ ਅਮਾਊਂਟ ਦੇ ਵਿੱਚ ਵਿਟਾਮਿਨ ਏ ਲੈਂਦੇ ਆ ਦੈਨ ਆਪਣੇ ਜਿਹੜੇ ਰੋਡ ਸ਼ੇਪਡ ਸੈਲਸ ਆ ਇਹ ਪ੍ਰੋਪਰ ਫੰਕਸ਼ਨ ਕਰਨ ਲੱਗ ਜਾਂਦੇ ਆ। ਠੀਕ ਹੈ।
ਸੋ ਵਿਟਾਮਿਨ ਏ ਦੀ ਹੈਲਪ ਨਾਲ ਨਾਈਟ ਬਲਾਈਂਡਨੈਸ ਨੂੰ ਠੀਕ ਕੀਤਾ ਜਾ ਸਕਦਾ। ਐਂਡ ਆਪਣੇ ਕੋਲ ਇੱਕ ਕੁਐਸਚਨ ਗਿਵਨ ਹੈ, on a sunny days when you enter a dim light room you are unable to see clearly for a moment, why does this happen? ਤਾਂ ਇਹ ਆਪਣੇ ਸਾਰਿਆਂ ਨਾਲ ਹੀ ਹੁੰਦਾ ਵੀ ਜਦੋਂ ਵੀ ਆਪਾਂ ਪੂਰੀ ਜ਼ਿਆਦਾ ਧੁੱਪ 'ਚੋਂ ਆਪਾਂ ਇੱਕ ਕਮਰੇ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ 1-2 ਸੈਕਿੰਡਸ ਲਈ ਕੁਛ ਪ੍ਰੋਪਰ ਨਹੀਂ ਦਿਖਾਈ ਦਿੰਦਾ। ਇਹ ਕਿਉਂ ਹੁੰਦਾ? ਤਾਂ ਤੁਸੀਂ ਇਸ ਦਾ ਆਨਸਰ ਸਿੰਪਲੀ ਆਪ ਹੀ ਸਮਝ ਜਾਓਗੇ। ਇੱਕ ਚੀਜ਼ ਮੈਂ ਤੁਹਾਡੇ ਰਿਮਾਈਂਡ ਕਰਵਾ ਦਿਆਂ, ਜਿਵੇਂ ਆਪਾਂ ਆਈ ਦੇ ਸਟਰਕਚਰ ਦੇ ਵਿੱਚ ਕੀਤਾ ਸੀਗਾ ਵੀ ਆਪਾਂ ਆਖਿਆ ਸੀ ਵੀ ਇਹ ਸਪੋਜ਼ ਕਰ ਲਓ ਆਪਣੀ ਇਹ ਅੱਖ ਹੈ, ਅੱਖ ਦੇ ਵਿੱਚ ਆਪਣੇ ਕੋਲੇ ਇੱਥੇ ਇੱਕ ਇਹਨੂੰ ਕੀ ਬੋਲਿਆ ਸੀ ਆਪਾਂ, ਪਿਊਪਿਲ, ਯਾਦ ਆ ਨਾ? ਹਾਂਜੀ, ਤਾਂ ਪਿਊਪਿਲ ਦਾ ਸਾਈਜ਼ ਕੀ ਹੁੰਦਾ ਹੈ, ਛੋਟਾ ਵੱਡਾ ਹੁੰਦਾ ਰਹਿੰਦਾ ਜਦੋਂ ਆਪਾਂ ਬਰਾਈਟ ਲਾਈਟ ਦੇ ਵਿੱਚ ਹੁੰਦੇ ਹਾਂ, ਬਰਾਈਟ ਲਾਈਟ ਵਿੱਚ। ਸੋ ਪਿਊਪਿਲ ਦਾ ਸਾਈਜ਼ ਕੀ ਹੁੰਦਾ ਉਦੋਂ, ਸਮੌਲ, ਯਾਦ ਆ ਨਾ? ਸਮੌਲ ਕਿਉਂ ਹੁੰਦਾ ਵੀ ਹੁਣ ਬਰਾਈਟ ਲਾਈਟ ਹੈ ਵੀ ਕਿਤੇ ਜ਼ਿਆਦਾ ਅਮਾਊਂਟ ਵਿੱਚ ਲਾਈਟ ਐਂਟਰ ਹੋ ਕੇ ਆਪਣੇ ਰੈਟੀਨਾ ਨੂੰ ਡੈਮੇਜ ਨਾ ਕਰਦੇ। ਸੋ ਇਹ ਆਪਣਾ ਸਾਈਜ਼ ਕੀ ਕਰ ਲੈਂਦਾ, ਸਮੌਲ ਕਰ ਲੈਂਦਾ ਤਾਂ ਜੋ ਪ੍ਰੋਪਰ ਅਮਾਊਂਟ ਦੇ ਵਿੱਚ ਹੀ ਲਾਈਟ ਐਂਟਰ ਹੋਵੇ। ਐਂਡ ਜਦੋਂ ਆਪਾਂ ਡਿਮ ਲਾਈਟ ਦੇ ਵਿੱਚ ਚਲੇ ਜਾਂਦੇ ਹਾਂ, ਡਿਮ ਲਾਈਟ ਵਿੱਚ, ਸੋ ਇਸ ਦਾ ਸਾਈਜ਼ ਕੀ ਹੁੰਦਾ, ਲਾਰਜ। ਸੋ ਬਟ ਇਸ ਦਾ ਸਾਈਜ਼ ਨੂੰ ਲਾਰਜ ਹੋਣ 'ਤੇ ਥੋੜ੍ਹਾ ਜਿਹਾ ਟਾਈਮ ਤਾਂ ਲੱਗੇਗਾ ਹੀ ਨਾ, ਸੋ ਇਸ ਕਰਕੇ, ਠੀਕ ਹੈ। ਐਂਡ ਇਸ ਪਿਊਪਿਲ ਦੇ ਸਾਈਜ਼ ਨੂੰ ਕੰਟਰੋਲ ਕੌਣ ਕਰ ਰਿਹਾ ਹੁੰਦਾ, ਆਇਰਿਸ। ਸੋ ਆਪਾਂ ਨੂੰ ਪਤਾ ਨਾ, ਜਿਸ ਦੀ ਆਪਾਂ ਗੱਲ ਕੀਤੀ ਸੀ, ਇੱਕ ਕਰਟਨਸ ਦੀ ਤਰ੍ਹਾਂ ਹੁੰਦਾ ਅੱਗੇ। ਸੋ ਆਇਰਿਸ ਕੀ ਕਰ ਰਿਹਾ ਹੁੰਦਾ, ਇਸ ਦੇ ਸਾਈਜ਼ ਨੂੰ ਕੰਟਰੋਲ ਕਰ ਰਿਹਾ ਹੁੰਦਾ, ਠੀਕ ਹੈ। ਜਦੋਂ ਆਪਾਂ ਧੁੱਪ ਦੇ ਵਿੱਚ ਜਾਂਦੇ ਹਾਂ ਤਾਂ ਆਇਰਿਸ ਕੀ ਕਰਦਾ, ਇਸ ਦੇ ਸਾਈਜ਼ ਨੂੰ ਸਮੌਲ ਕਰ ਦਿੰਦਾ। ਐਂਡ ਜਦੋਂ ਆਪਾਂ ਡਿਮ ਲਾਈਟ ਦੇ ਵਿੱਚ ਜਾਂਦੇ ਹਾਂ ਤਾਂ ਇਸ ਦਾ ਸਾਈਜ਼ ਕੀ ਹੋ ਜਾਂਦਾ, ਲਾਰਜ। ਸੋ ਹੁਣ ਆਪਾਂ ਇੱਕ ਵਾਰ ਆਨਸਰ ਵੀ ਰੀਡ ਕਰ ਲੈਂਦੇ ਹਾਂ। ਇਨ ਅ ਬਰਾਈਟ ਲਾਈਟ ਦਾ ਆਇਰਿਸ ਐਕਸਪੈਂਡਸ ਦੇਅਰ ਬਾਈ ਕੰਟਰੈਕਟਿੰਗ ਦਾ ਪਿਊਪਿਲ। ਸੋ ਬਰਾਈਟ ਲਾਈਟ ਦੇ ਵਿੱਚ ਪਿਊਪਿਲ ਕੀ ਹੋ ਜਾਂਦਾ, ਆਪਣਾ ਕੰਟਰੈਕਟ ਹੋ ਜਾਂਦਾ, ਛੋਟਾ ਹੋ ਜਾਂਦਾ। This happens so that only a small quantity of light enters the eye. As a result, the retina is protected from the exposure of excessive light. ਉਹੀ ਚੀਜ਼ ਹੀ ਹੋ ਗਈ ਵੀ ਜਿਹੜਾ ਆਪਣਾ ਰੈਟੀਨਾ ਉਹ ਜ਼ਿਆਦਾ ਲਾਈਟ ਤੋਂ ਬਚ ਸਕੇ, ਇਸ ਕਰਕੇ ਜਿਹੜਾ ਪਿਊਪਿਲ ਦਾ ਸਾਈਜ਼ ਆ ਛੋਟਾ ਹੋ ਜਾਂਦਾ, ਠੀਕ ਹੈ। ਔਨ ਐਂਟਰਿੰਗ ਅ ਡਿਮ ਲਾਈਟ ਰੂਮ ਆਫਟਰ ਹੈਵਿੰਗ ਬੀਨ ਇਨ ਅ ਸਨ ਫॉर ਸਮ ਟਾਈਮ, ਵੀ ਜ਼ਿਆਦਾ ਧੁੱਪ 'ਚੋਂ ਜਦੋਂ ਆਪਾਂ ਡਿਮ ਲਾਈਟ ਰੂਮ ਦੇ ਵਿੱਚ ਐਂਟਰ ਹੁੰਦੇ ਹਾਂ, ਦਾ ਆਇਰਿਸ ਕੰਟਰੈਕਟ ਸਲੋਲੀ ਟੂ ਐਕਸਪੈਂਡ ਦਾ ਪਿਊਪਿਲ। ਜਿਹੜਾ ਆਪਣਾ ਆਇਰਿਸ ਆ ਉਹ ਕੀ ਹੋਣ ਲੱਗ ਜਾਂਦਾ, ਕੰਟਰੈਕਟ ਹੋਣ ਲੱਗ ਜਾਂਦਾ, ਸੋ ਦੈਟ ਜਿਹੜਾ ਪਿਊਪਿਲ ਆ ਉਹ ਕੀ ਹੋ ਜੇ, ਐਕਸਪੈਂਡ ਹੋ ਜੇ, ਲਾਰਜ ਸਾਈਜ਼ ਵਿੱਚ ਹੋ ਜੇ। ਗ੍ਰੈਜੂਅਲੀ ਮੋਰ ਲਾਈਟ ਇਜ਼ ਏਬਲ ਟੂ ਐਂਟਰ ਦਾ ਆਈ। ਸੋ ਹੌਲੀ ਹੌਲੀ ਜ਼ਿਆਦਾ ਲਾਈਟ ਐਂਟਰ ਹੋਣ ਲੱਗ ਜਾਂਦੀ ਹੈ ਅੱਖ ਦੇ ਵਿੱਚ। ਹੈਂਸ ਇਟ ਟੇਕਸ ਫਿਊ ਸੈਕਿੰਡਸ ਬਿਫੋਰ ਵੀ ਆਰ ਏਬਲ ਟੂ ਸੀ ਦਾ ਆਬਜੈਕਟ ਪ੍ਰੈਜ਼ੈਂਟ ਇਨ ਡਿਮ ਲਾਈਟ ਰੂਮ। ਸੋ ਥੋੜ੍ਹਾ ਜਿਹਾ ਆਪਾਂ ਨੂੰ ਟਾਈਮ ਲੱਗਦਾ ਵੀ ਆਪਾਂ ਡਿਮ ਲਾਈਟ ਦੇ ਵਿੱਚ ਆਬਜੈਕਟਸ ਨੂੰ ਕਲੀਅਰਲੀ ਦੇਖ ਸਕੀਏ, ਠੀਕ ਹੈ। ਸੋ ਹੋਪਫੁਲੀ ਆਪਾਂ ਅੱਜ ਜਿੰਨਾ ਕੁਛ ਵੀ ਕੀਤਾ ਤੁਹਾਨੂੰ ਸਮਝ ਆ ਗਿਆ ਹੋਊਗਾ। ਐਂਡ ਆਪਾਂ ਆਪਣਾ ਨੈਕਸਟ ਲੈਕਚਰ ਹਿਊਮਨ ਆਈ ਦੇ ਵਿਜ਼ਨ ਦੇ ਵਿੱਚ ਜੋ ਡਿਫੈਕਟਸ ਆਉਂਦੇ ਆ ਉੱਥੋਂ ਸਟਾਰਟ ਕਰਾਂਗੇ, ਠੀਕ ਹੈ। ਜਿਵੇਂ ਪ੍ਰੈਸ ਬਾਇਓਪੀਆ ਹੋ ਗਿਆ, ਹਾਈਪਰਮੈਟਰੋਪੀਆ ਹੋ ਗਿਆ, ਮਾਇਓਪੀਆ ਹੋ ਗਿਆ, ਕੈਟਰੈਕਟ ਹੋ ਗਿਆ, ਉੱਥੋਂ ਸਟਾਰਟ ਕਰਾਂਗੇ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।